ਠੀਕ। ਬਿਲਕੁਲ ਚਲੋ ਅੱਗੇ ਚੱਲਦੇ ਹਾਂ। ਇਸਲਾਮ ਦੀ ਗੱਲ ਹੋਈ, ਮੈਨੂੰ ਦੱਸੋ ਸਿੱਖੀਜ਼ਮ ਦਾ ਕੀ ਬੇਸਿਕ ਜਿਹੜਾ ਹੈ ਨਾ ਪੈਗਾਮ ਹੈ, ਇਨ ਅ ਨਟਸ਼ੈਲ, ਇਫ ਯੂ ਵੁੱਡ ਲਾਈਕ ਟੂ ਟੈਲ ਟੂ ਆਵਰ ਆਡੀਅੰਸ। ਸਰ, ਸਿੱਖੀਜ਼ਮ ਦਾ ਜੋ ਬੇਸਿਕ ਸਿਧਾਂਤ ਹੈ ਨਾ, ਉਹ ਹੈ ਮਨੁੱਖਤਾ ਦੀ ਸੇਵਾ। ਹੂੰ ਸਭ ਤੋਂ ਪਹਿਲੀ ਗੱਲ ਮਨੁੱਖਤਾ ਦੀ ਸੇਵਾ। ਜਿਵੇਂ ਹੁਣ ਹੁਣੇ ਪਵਿੱਤਰ ਮਹੀਨਾ ਰਮਜ਼ਾਨ ਗੁਜ਼ਰਿਆ। ਰਮਜ਼ਾਨ ਦੇ ਵਿੱਚ ਬਹੁਤ ਚੰਗੇ ਕੰਮ ਕੀਤੇ ਜਾਂਦੇ ਹੈ, ਜ਼ਕਾਤ ਕੀਤਾ ਜਾਂਦਾ ਨਾ, ਤੇ ਲੋਕਾਂ ਦੀ ਹੈਲਪ ਕੀਤੀ ਜਾਂਦੀ ਹੈ। ਸੋ ਉਸੇ ਤਰ੍ਹਾਂ ਸਿੱਖਾਂ ਦੇ ਵਿੱਚ ਜਿਹੜਾ ਸਭ ਤੋਂ ਬੇਸਿਕ ਕਨਸੈਪਟ ਆ ਉਹ ਇਹੀ ਹੈ, ਮਨੁੱਖਤਾ ਦੀ ਸੇਵਾ। ਤੇ ਆਪਣੇ ਆਪ ਨੂੰ ਅਸੀਂ ਉਸ ਅਕਾਲ ਪੁਰਖ ਨੂੰ ਜੋ ਡੈਡੀਕੇਟ ਕਰਦੇ ਆ, ਤੇ ਉਹਨਾਂ ਨੂੰ ਮਤਲਬ ਆਤਮ ਸਮਰਪਣ ਕਰਦੇ ਆ। ਅਕਾਲ ਪੁਰਖ ਦਾ ਮਤਲਬ ਇੱਥੇ ਅੱਲਾ ਹੀ ਹੈ, ਗੋਡ ਜੋ ਸੁਪਰੀਮ ਹੈ। ਹਾਂ, ਜਿਹੜਾ ਸਤਿ ਅਕਾਲ ਵਿੱਚ ਜਿਹੜਾ ਤੁਸੀਂ ਬੋਲਦੇ ਜੇ ਉਹੀ ਗੱਲ ਆ। ਹਾਂਜੀ, ਸੋ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਵਰਸ ਵਿੱਚ ਜੋ ਪਹਿਲਾ ਸ਼ਬਦ ਹੈ ਉਹ ਇਹੀ ਹੈ, ਇੱਕ ਓੰਕਾਰ। ਜਿੱਦਾਂ ਕਿ ਇਸਲਾਮ ਦੇ ਵਿੱਚ ਕਿਹਾ ਜਾਂਦਾ ਹੈ ਲਾ ਇਲਾਹਾ ਇਲੱਲਾ, ਮਤਲਬ ਕਿ ਗੋਡ ਇੱਕ ਹੀ ਹੈ। ਸੋ ਅਸੀਂ ਉਹ ਇੱਕ ਗੋਡ ਨੂੰ ਸਮਰਪਿਤ ਹਾਂ ਜਿਨ੍ਹਾਂ ਨੇ ਆਪਾਂ ਨੂੰ ਬਣਾਇਆ। ਠੀਕ ਹੈ ਜੀ। ਤੇ ਜਿਹੜੀ ਪਹਿਲੀ ਗੱਲ ਆ ਉਹ ਮੈਂ ਤੁਹਾਨੂੰ ਦੱਸੀ, ਮਨੁੱਖਤਾ ਦੀ ਸੇਵਾ। ਵੀ ਕੋਈ ਵੀ ਤੁਹਾਨੂੰ ਆਸੇ ਪਾਸੇ ਕੋਈ ਦੇਖਦਾ, ਤੁਹਾਨੂੰ ਮੈਂ ਦੱਸਦਾ ਕਿ ਸਾਡੇ ਧਰਮ ਵਿੱਚ ਜਦੋਂ ਮੁਗਲਾਂ ਨਾਲ ਵੀ ਜੰਗਾਂ ਹੋਈਆਂ ਨਾ, ਤਾਂ ਮੁਗਲਾਂ ਨਾਲ ਜੰਗਾਂ ਤੋਂ ਬਾਅਦ ਜਦੋਂ ਉੱਥੇ ਜ਼ਖਮੀ ਲੋਕ ਪਏ ਹੁੰਦੇ ਆ, ਮਤਲਬ ਇਹ ਇਹੋ ਜਿਹੀ ਕੌਮ ਹੈ ਵੀ ਜ਼ਖਮੀ ਲੋਕ, ਚਾਹੇ ਉਹ ਮੁਗਲ ਸੀ ਚਾਹੇ ਉਹ ਦੁਸ਼ਮਣ ਸੀ, ਉਹਨਾਂ ਦੀ ਵੀ ਮਰਮ ਪੱਟੀ ਕੀਤੀ ਜਾਂਦੀ ਸੀ। ਵੀ ਚਲੋ ਜੰਗ ਹੋਣੀ ਸੀ, ਜੰਗ ਹੋ ਗਈ, ਉਹ ਕੰਮ ਨਿਬੜਿਆ। ਹੁਣ ਜਿਹੜੇ ਜਿਉਂਦੇ ਆ, ਤੜਪ ਰਹੇ ਆ, ਉਹਨਾਂ ਦੀ ਮਲਮ ਪੱਟੀ ਕਰਕੇ ਉਹਨਾਂ ਨੂੰ ਬਚਾਇਆ ਜਾਂਦਾ। ਸਹੀ ਹੈ। ਕਿਉਂਕਿ ਗੁਰੂ ਹਰਗੋਬਿੰਦ ਜੀ ਨੇ 2 ਤਲਵਾਰਾਂ ਧਾਰਨ ਕੀਤੀਆਂ ਸੀ। ਉਹਨਾਂ ਨੂੰ ਕਿਹਾ ਜਾਂਦਾ ਇੱਕ ਮੀਰੀ ਦੀ ਤਲਵਾਰ, ਇੱਕ ਪੀਰੀ ਦੀ ਤਲਵਾਰ। ਪੀਰੀ ਦੀ ਤਲਵਾਰ, ਯੈਸ, ਹਾਂਜੀ। ਮਤਲਬ ਕਿ ਇੱਕ ਜੋ ਸ਼ਾਂਤੀ ਦੀ ਪ੍ਰਤੀਕ ਸੀ, ਜਿਹਦੇ ਵਿੱਚ ਆਪਾਂ ਸੈਲਫ ਡਿਫੈਂਸ, ਮਤਲਬ ਜਿਹਦੇ ਵਿੱਚ ਆ ਜਾਂਦਾ ਹੈ ਕਿ ਤੁਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ, ਹੈਲਪ ਕਰਨੀ ਲੋਕਾਂ ਦੀ। ਤੇ ਇੱਕ ਤਲਵਾਰ ਸੀਗੀ ਜਿਹੜੀ ਜਬਰ ਜਾਂ ਜੰਗ ਦੇ ਵਿਰੁੱਧ ਸੀ। ਕਿਉਂਕਿ ਸਿੱਖਾਂ ਦੇ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਨਾ, ਕੋਈ ਵੀ ਕਿਸੇ ਜਗ੍ਹਾ ਨੂੰ ਲੈ ਕੇ ਜਾਂ ਤਖਤੋ ਤਾਜ ਨੂੰ ਲੈ ਕੇ ਨਹੀਂ ਹੋਈਆਂ, ਹਮੇਸ਼ਾ ਧਾਰਮਿਕ ਜੰਗਾਂ ਹੀ ਹੋਈਆਂ ਇਹ। ਸੋ ਉਹਦੇ ਕਰਕੇ ਕੀ ਹੋਇਆ ਜੀ, ਵੀ ਜ਼ੁਲਮ ਨਾ ਤਾਂ ਕਰਨਾ ਤੇ ਨਾ ਸਹਿਣਾ, ਉਹ ਚੀਜ਼ ਹੈ ਬਸ। ਤੇ ਉਹ ਦੂਜੀ ਤਲਵਾਰ ਉਹਨਾਂ ਨੇ ਤਾਂ ਧਾਰਨ ਕੀਤੀ। ਸੋ ਇਹ ਜੋ ਬੇਸਿਕ ਕਨਸੈਪਟ ਇਹੀ ਹੈ, ਜੋ ਸਿੱਖ ਦਾ ਮਤਲਬ ਇਹ ਹੈ ਵੀ ਹਮੇਸ਼ਾ ਸਿੱਖਦੇ ਰਹਿਣਾ। ਤੇ ਇਹਦੇ ਵਿੱਚ ਹੁਣ ਨਾ, ਜਿਵੇਂ ਆਪਾਂ ਅੱਗੇ ਗੱਲ ਕੀਤੀ ਕਿ ਕਿਸੇ ਵੀ ਬੰਦੇ ਨੂੰ ਦੇਖ ਕੇ ਜੱਜ ਨਹੀਂ ਕਰ ਸਕਦੇ ਆਪਾਂ ਉਸ ਬੰਦੇ ਦੇ ਧਰਮ ਨੂੰ। ਆਪਾਂ ਨੂੰ ਉਹਨਾਂ ਦੇ ਜੋ ਧਾਰਮਿਕ ਜੋ ਸਕ੍ਰਿਪਚਰਸ ਆ ਉਹਨਾਂ ਨੂੰ ਪੜ੍ਹਨਾ ਪੈਣਾ, ਜਾਂ ਗ੍ਰੰਥ ਆ ਉਹਨਾਂ ਨੂੰ ਪੜ੍ਹਨਾ ਪੈਣਾ। ਤੇ ਉਸੇ ਤਰ੍ਹਾਂ ਹੁਣ ਜਿਵੇਂ ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਕਿਰਦਾਰ ਬਹੁਤ ਅਹਿਮ ਵੀ ਨੇ, ਜਿਹੜੇ ਬਹੁਤ ਚੰਗੇ ਦੋਸਤ ਵੀ ਸੀ ਤੇ ਬਹੁਤ ਜਿਹੜੇ ਦੁਸ਼ਮਣ ਵੀ ਸੀ। ਜਿਵੇਂ ਹੁਣ ਔਰੰਗਜ਼ੇਬ, ਵਜ਼ੀਰ ਖਾਨ, ਇਹ ਬੈਡ ਕਰੈਕਟਰਸ ਨੇ। ਪਰ ਉਹਦੇ ਵਿੱਚ ਜੇਕਰ ਆਪਾਂ ਐਡ ਔਨ ਕਰੀਏ ਚੰਗੇ ਕਰੈਕਟਰ ਸੀ, ਤਾਂ ਮੀਰ ਮੰਨੂ ਜੀ। ਹੁਣ ਦੇਖੋ, ਜਿਵੇਂ ਇੱਕ ਮੁਸਲਮਾਨ ਦੇ ਲਈ ਮੱਕਾ ਕਾਬਾ ਕਿੰਨੀ ਪਵਿੱਤਰ ਜਗ੍ਹਾ ਹੈ, ਉਸੇ ਤਰ੍ਹਾਂ ਸਿੱਖਾਂ ਵਾਸਤੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਇਹ ਬਹੁਤ ਪਵਿੱਤਰ ਜਗ੍ਹਾ ਹੈ। ਸੋ ਇਸ ਦਰਬਾਰ ਸਾਹਿਬ ਦੀ ਜਿਹੜੀ ਨੀਂਹ ਹੈ ਉਹ ਇੱਕ ਮੁਸਲਮਾਨ ਵੱਲੋਂ ਰੱਖੀ ਗਈ ਸੀ, ਮੀਰ ਮੰਨੂ ਜੀ ਦੁਆਰਾ। ਸੋ ਇਹ ਦੇਖੋ ਵੀ ਗੋਲਡਨ ਟੈਂਪਲ ਜਿਹੜਾ ਉਹਦੀ ਗੱਲ ਕਰ ਰਹੇ ਜੀ। ਹਾਂਜੀ। ਤੁਸੀਂ ਰਿਸਰਚ ਕਰਿਓ ਇਹ ਤੇ ਦੇਖਿਓ ਕਿ ਇੱਕ ਮੁਸਲਮਾਨ ਪੀਰ ਦੇ ਵੱਲੋਂ, ਮੀਰ ਮੰਨੂ ਸੀ ਉਹਨਾਂ ਦਾ ਨਾਮ, ਉਹਨਾਂ ਨੇ ਜਿਹੜੀ ਨੀਂਹ ਰੱਖੀ। ਸੋ ਇਹ ਦੇਖੋ ਕਿੱਡਾ ਵੱਡਾ ਇੱਕ ਰਿਸਪੈਕਟ ਦਿੱਤੀ ਗਈ ਦੂਜੇ ਧਰਮ ਨੂੰ। ਐਂਡ ਉਸ ਤੋਂ ਬਾਅਦ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ, ਤਾਂ ਕਾਫੀ ਸਾਰੇ ਮੁਸਲਮਾਨ ਭਗਤ ਵੀ ਸੀ ਜਿਨ੍ਹਾਂ ਦੀ ਬਾਣੀ ਜਿਹੜੀ ਹੈ ਉਹ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਜਿਵੇਂ ਭਗਤ ਕਬੀਰ ਜੀ, ਭਗਤ ਫਰੀਦ ਜੀ ਹੋ ਗਏ। ਬਾਬਾ ਫਰੀਦ, ਭਗਤ ਕਬੀਰ ਜੀ ਜਿਹੜੇ ਉਹ ਹਿੰਦੂ ਕਮਿਊਨਿਟੀ ਤੋਂ ਸੀਗੇ, ਬਾਬਾ ਫਰੀਦ ਜੀ ਮੁਸਲਮਾਨ ਸੀ। ਹਾਂਜੀ। ਤੁਸੀਂ ਬਿਲੀਵ ਕਰਿਓ ਕਿ ਬਾਬਾ ਫਰੀਦ ਜੀ ਦੇ ਸ਼ਲੋਕ ਜਦੋਂ ਮੈਂ ਸੁਣਦਾ ਹਾਂ ਨਾ, ਜਦੋਂ ਗੁਰਬਾਣੀ ਪੜ੍ਹਦੇ ਹਾਂ ਅਸੀਂ, ਤੇ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਸੋ ਚਲੋ ਮੈਂ ਮੁੱਦੇ ਤੋਂ ਭਟਕ ਰਿਹਾ, ਗੱਲ ਇਹੀ ਬੇਸਿਕ ਸਿਧਾਂਤ ਇਹੀ ਹੈ ਜੀ ਕਿ ਜੋ ਇੱਕ ਮਨੁੱਖਤਾ ਦੀ ਸੇਵਾ, ਤੇ ਇੱਕ ਜਿਵੇਂ ਆਪਾਂ ਸਟਾਰਟਿੰਗ ਤੋਂ ਗੱਲ ਨਹੀਂ ਕੀਤੀ ਕਿ ਪੰਜਾਬੀ ਇੱਕ ਦੂਜੇ ਨਾਲ ਇੰਨੇ ਖੁੱਲੇ ਕਿਉਂ ਹੈ, ਉਹ ਇਹੀ ਹੈ ਕਿ ਮਤਲਬ ਖੁੱਲ ਕੇ ਮਿਲਣਾ ਇੱਕ ਦੂਜੇ ਨੂੰ। ਕਿਆ ਬਾਤ, ਬਿਹਤਰੀਨ। ਤੇ ਸਨਮੀਤ ਭਾਈ, there must be some concept of afterlife like we Muslims have, ਕਿ ਮਰਨ ਤੋਂ ਬਾਅਦ ਵही ਸਾਡਾ ਕੋਈ ਹਿਸਾਬ ਕਿਤਾਬ ਹੋਏਗਾ। ਸਿੱਖਾਂ 'ਚ ਵੀ ਕੁਛ ਇੰਝ ਦਾ concept ਹੈ?
ਜੀ ਮੈਂ ਤੁਹਾਨੂੰ ਦੱਸਦਾ ਇਹਦੇ ਚ ਮੈਂ ਨਾ ਅਕਸਰ ਆਪਣੀਆਂ ਵੀਡੀਓਜ਼ ਦੇ ਵਿੱਚ ਗੱਲ ਕਰਦਾ ਹੁੰਦਾ ਕਿ ਇਹ ਜਿਹੜੀਆਂ ਚੀਜ਼ਾਂ ਹੈ ਨਾ ਇਹ ਮੇਰੇ ਅਕੋਰਡਿੰਗ ਮੈਂ ਪਹਿਲਾਂ ਤੁਹਾਨੂੰ ਆਪਣਾ ਹਾਂ, ਪਰਸਪੈਕਟਿਵ ਆਪਣਾ ਦੱਸ ਆਪਣਾ ਦੱਸ ਦਿਓ, ਕੋਈ ਫਿਰ ਨਹੀਂ। ਮੈਂ ਤੁਹਾਨੂੰ ਜੋ ਸਿੱਖ ਕੀ ਕਹਿੰਦੇ ਆ ਜਾਂ ਸਿੱਖੀਜ਼ਮ ਕੀ ਹੂੰ ਕਹਿੰਦਾ ਮੈਂ ਤੁਹਾਨੂੰ ਦੱਸਦਾ। ਸੋ ਮੇਰਾ ਪੁਆਇੰਟ ਆਫ View ਇਹ ਹੁੰਦਾ ਕਿ ਇਹ ਚੀਜ਼ਾਂ ਨੂੰ ਲੈ ਕੇ ਨਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਨਾ ਇੱਕ ਡਰ ਪਾਇਆ ਜਾਂਦਾ ਹੈ ਇਸ ਲਾਈਫ ਦੇ ਵਿੱਚ, ਚਾਹੇ ਉਹ ਇਸਲਾਮ ਹੈ, ਚਾਹੇ ਉਹ ਹਿੰਦੂਜ਼ਮ ਹੈ, ਚਾਹੇ ਹੂੰ ਉਹ ਗ੍ਰੀਕ ਜੋ ਮੈਥੋਲੋਜੀ ਹੈ, ਜਾਂ ਹੋਰ ਵੀ ਜਿੰਨੇ ਵੀ ਰਿਲੀਜਨ ਨੇ, ਚਾਹੇ ਹਾਂਜੀ ਉਹ ਅਬਰਾਹਮਿਕ ਰਿਲੀਜਨ ਨੇ, ਚਾਹੇ ਉਹ ਦੂਜੇ ਰਿਲੀਜਨ ਨੇ, ਤਾਂ ਉਹਨਾਂ ਦੇ ਵਿੱਚ ਨਾ ਇੱਕ ਡਰ ਪਾਇਆ ਜਾਂਦਾ ਹੈ ਕਿ ਤੁਸੀਂ ਚੰਗੇ ਕੰਮ ਕਰਨੇ ਆ। ਹੂੰ ਠੀਕ ਹੈ, ਮੈਂ ਚਲੋ ਇਹ ਨਹੀਂ ਕਹੂੰਗਾ ਕਿ ਹਾਂ ਵੀ ਹੋ ਨਹੀਂ ਸਕਦਾ, ਡੈਫੀਨੇਟਲੀ ਇਟ ਕੁਡ ਬੀ ਟਰੂ, ਬਟ ਮੈਂ ਆਪਣੀ ਗੱਲ ਕਰ ਰਿਹਾ। ਸੋ ਤਾਂ ਜੋ ਆਪਾਂ ਹੂੰ ਚੰਗੇ ਕੰਮ ਕਰੀਏ ਤੇ ਇੱਕ ਜਿਹੜਾ ਆਸੇ-ਪਾਸੇ ਦੇ ਆਪਣੇ ਲੋਕ ਆ ਉਹ ਵੀ ਹੂੰ ਆਪਣੇ ਆਲੇ ਦੁਆਲੇ ਸੇਫ ਫੀਲ ਕਰਨ, ਤੇ ਆਪਾਂ ਸਹੀ ਵੀ ਗੱਲ। ਇੱਕ ਆਤਮਿਕ ਲੈਵਲ ਤੇ ਵੀ ਡਰੀਏ ਕਿ ਯਾਰ ਜੇ ਅਸੀਂ ਆਹ ਗਲਤ ਕੰਮ ਕੀਤਾ ਨਾ ਤਾਂ ਦੇਖ ਲਓ ਵੀ ਆਪਣੇ ਨਾਲ ਉਸ ਤੋਂ ਬਾਅਦ ਆਫਟਰ ਲਾਈਫ ਦੇ ਵਿੱਚ ਕੀ ਹੋਣਾ। ਸੋ ਹੂੰ ਆਈ ਲਾਈਕ ਦਿਸ ਕਨਸੈਪਟ। ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਪਸੰਦ ਨਹੀਂ, ਮੈਨੂੰ ਠੀਕ ਹੂੰ ਲੱਗਦਾ ਇਹਦੇ ਨਾਲ। ਸ਼ਾਇਦ ਜੋ ਇੱਕ ਲਿਮਿਟੇਸ਼ਨਸ ਲੱਗਦੀਆਂ ਨਾ ਇੱਕ ਬੰਦੇ ਤੇ, ਹੂੰ ਉਹ ਸਹੀ ਬਹੁਤ ਹੀ ਲਾਜਵਾਬ ਨੇ, ਕਿਉਂਕਿ ਜੇਕਰ ਇਹ ਸਹੀ ਹੈ। ਕਨਸੈਪਟ ਮੇ ਵੀ ਨਾ ਹੋਵੇ ਤਾਂ ਹੂੰ ਲੋਕਾਂ ਨੂੰ ਤਾਂ ਖੁੱਲ੍ਹ ਲੈ ਕੇ ਜੋ ਮਰਜ਼ੀ ਕਰੀ ਜਾਓ, ਉਹਨਾਂ ਨੂੰ ਕੋਈ ਡਰ ਨਹੀਂ। ਠੀਕ ਹੈ ਜੀ। ਸਹੀ ਹੈ। ਸੋ ਸੈਕੰਡ ਥਿੰਗ ਕਿ ਜੋ ਸਿੱਖੀਜ਼ਮ ਦਾ ਸਿਧਾਂਤ ਹੈ ਇਸ ਦੇ ਅਕੋਰਡਿੰਗ, ਉਹ ਪ੍ਰੈਜ਼ੈਂਟ ਲਾਈਫ ਵਿੱਚ ਜ਼ਿਆਦਾ ਯਕੀਨ ਹੈ, ਨਾ ਪਾਸਟ ਵਿੱਚ ਨਾ ਫਿਊਚਰ ਵਿੱਚ। ਠੀਕ ਹੈ। ਜੋ ਪ੍ਰੈਜ਼ੈਂਟ ਹੈ ਨਾ ਆਪਣਾ, ਉਸੇ ਨੂੰ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ, ਉਸੇ ਨੂੰ ਸੁਧਾਰਨ ਦੇ ਵਿੱਚ ਜਿਹੜੀ ਹੈ ਪੂਰੀ ਆਪਣਾ 100% ਉਸੇ ਤੇ ਦਿੱਤਾ ਜਾਂਦਾ ਹੈ। ਸਹੀ ਹੈ। ਉਹਦੇ ਵਿੱਚ ਕੀ ਹੈ ਜੀ, ਜੇਕਰ ਮੈਂ ਥੋੜਾ ਜਿਹਾ ਲੰਬਾ ਚੱਲ ਜਾਊਗਾ, ਜੇਕਰ ਮੈਂ ਕੋਈ ਗੱਲ ਦੱਸੋ ਨਹੀਂ, ਮੈਂ। ਕੋਈ ਗੱਲ ਨਹੀਂ, ਦੱਸੋ। ਸੋ ਸਿੱਖਾਂ ਦਾ ਜੀ ਜੋ ਮੇਨ ਚੀਜ਼ ਹੈ ਨਾ ਉਹ ਇਹ ਹੈ ਕਿ ਤੁਸੀਂ ਗੁਰਬਾਣੀ ਪੜ੍ਹਨੀ ਹੈ, ਤੇ ਹੂੰ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੈ ਉਹਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ ਹੈ। ਹੂੰ ਮਤਲਬ ਇਹ ਨਹੀਂ ਕਿ ਤੁਸੀਂ ਪੜ੍ਹੀ ਗਏ ਵੀ ਜਿਵੇਂ ਹੁਣ ਮੁਸਲਮਾਨ ਦਿਨ 'ਚ 5 ਵਕਤ ਨਮਾਜ਼ ਪੜ੍ਹਦਾ, ਉਸੇ ਤਰ੍ਹਾਂ ਸਿੱਖਾਂ ਦਾ ਨਿਤਨੇਮ ਹੁੰਦਾ ਹੈ, ਹੂੰ ਸਵੇਰੇ ਸ਼ਾਮ ਤੇ ਰਾਤ ਨੂੰ। ਸੋ ਹੂੰ ਇਹ 3 ਟਾਈਮ ਜਿਹੜੀ ਬੰਦਗੀ ਕੀਤੀ ਜਾਂਦੀ ਸਿੱਖਾਂ ਵੱਲੋਂ, ਬਾਕੀ ਕੋਈ ਟਾਈਮ ਨਹੀਂ ਬੰਦਗੀ ਦਾ, ਉਹ ਤੁਸੀਂ ਕਿਹੜੇ ਵੇਲੇ ਵੀ ਕਰ ਸਕਦੇ ਹੋ। ਸਹੀ ਹੈ। ਪਰ ਜਦੋਂ ਤੁਸੀਂ ਇਹ ਬੰਦਗੀ ਕਰ ਰਹੇ ਹੋ ਨਾ, ਤਾਂ ਉਹ ਜੋ ਹੂੰ ਲਿਖਿਆ ਉਹਨੂੰ ਤੁਸੀਂ ਪੜ੍ਹ ਕੇ ਉਹਨੂੰ ਆਪਣੇ ਮਨ 'ਚ ਵਸਾ ਕੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ ਹੈ। ਹੂੰ ਜੇ ਤੁਸੀਂ ਇੰਪਲੀਮੈਂਟ ਨਹੀਂ ਕਰ ਰਹੇ ਫਿਰ ਕੋਈ ਫਾਇਦਾ ਨਹੀਂ। ਸਹੀ ਹੈ। ਤੇ ਉਹ ਜਿਹੜੀ ਤੁਸੀਂ ਜੋ ਇੰਪਲੀਮੈਂਟੇਸ਼ਨ ਦੀ ਜਿਹੜੀ ਇਹ ਪ੍ਰਕਿਰਿਆ ਨਾ, ਇਹ ਤੁਹਾਡੀ ਹੂੰ ਪ੍ਰੈਜ਼ੈਂਟ ਵਿੱਚ ਰਹਿ ਕੇ ਹੀ ਹੋ ਸਕਦੀ ਹੈ ਪੋਸੀਬਲ। ਬਿਲਕੁਲ ਠੀਕ ਹੈ। ਮਤਲਬ ਦੈਟਸ ਵਾਈ ਜਿਹੜਾ ਸਿੱਖੀਜ਼ਮ ਹੈ ਉਹ ਪ੍ਰੈਜ਼ੈਂਟ ਵਿੱਚ ਜ਼ਿਆਦਾ ਯਕੀਨ ਰੱਖਦਾ ਹੈ, ਵੀ ਹੂੰ ਪਾਸਟ ਤੇ ਫਿਊਚਰ ਨੂੰ ਸੋਚ ਕੇ ਉਹਦੇ ਵਿੱਚ ਟਾਈਮ ਮਤਲਬ ਨਹੀਂ ਜ਼ਾਇਆ ਕਰਦਾ। ਮਤਲਬ ਉਸ ਹੂੰ ਸੰਦਰਭ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪਰ ਕੁਝ ਦੱਸਿਆ ਤੇ ਗਿਆ ਹੋਏਗਾ ਕਿ ਮਰਨ ਤੋਂ ਬਾਅਦ ਕੀ ਹੋਣਾ, ਕੋਈ ਆਈਡੀਆ ਤੇ ਹੋਏਗਾ, ਜਾਂ ਬਿਲਕੁਲ ਸ਼ਟ ਡਾਊਨ ਹੈ ਏਥੀਅਸਟ ਆਰ? ਨਹੀਂ ਜੀ, ਇਹਦੇ ਵਿੱਚ ਮੈਂ ਤੁਹਾਨੂੰ ਹਾਂ ਦੱਸਦਾ, ਇਹਦੇ ਵਿੱਚ ਜੋ ਗੱਲ ਕਹੀ ਜਾਂਦੀ ਹੈ ਉਹ ਹੁੰਦਾ ਹੈ, ਇੱਕ ਹੁੰਦਾ ਹੈ ਜਿਵੇਂ ਨਰਕ ਸਵਰਗ ਹੁੰਦੇ ਆ, ਹੂੰ ਦੋਜਕ ਜੰਨਤ ਹੁੰਦੀ ਹੈ ਨਾ, ਉਸੇ ਹੂੰ ਤਰ੍ਹਾਂ ਸਿੱਖਾਂ ਦੇ ਵਿੱਚ ਇੱਕ ਸੱਚਖੰਡ ਕਿਹਾ ਜਾਂਦਾ ਹੈ ਕਿ ਆਹੋ ਸੱਚਖੰਡ ਵਾਸੀ ਹੋ ਗਏ। ਸਹੀ ਹੈ। ਉਹਦਾ ਮਤਲਬ ਕਿ ਤੁਸੀਂ ਕਿਸੇ ਜੋਨੀ ਦੇ ਵਿੱਚ ਨਹੀਂ ਪਾਉਂਗੇ। ਤੁਹਾਨੂੰ ਪਤਾ ਹੋਣਾ ਕਿ ਹਿੰਦੂਜ਼ਮ ਦੇ ਵਿੱਚ ਨਾ ਇੱਕ ਮੰਨੀ ਜਾਂਦੀ ਹੈ ਗੱਲ ਕਿ 84 ਲੱਖ ਜੂਨਾਂ ਵਿੱਚ ਬੰਦਾ ਪੈ ਕੇ ਫਿਰ ਜਾ ਕੇ ਉਹਨੂੰ ਇਹ ਇਨਸਾਨੀ ਜਿਹੜੀ ਦੇਹ ਹੈ ਫਿਰ ਮਿਲਦੀ ਹੈ। ਆਹੋ ਆਹੋ ਵੀ ਜੇ ਤੁਸੀਂ ਚੰਗੇ ਕੰਮ ਨਹੀਂ ਕਰਦੇ ਤਾਂ ਹੂੰ ਤੁਸੀਂ ਮਤਲਬ ਦੁਬਾਰਾ ਤੋਂ ਇਸੇ ਜੁਨੀ ਵਿੱਚ ਹੀ ਐਵਰ ਭਟਕਦੇ ਗੋਨ ਰਹੋਗੇ, ਯਾ ਜਾਂ ਲੂਪ ਵਿੱਚ ਲੂਪ ਦੇ ਵਿੱਚ ਸਟਕ ਹੋ ਜਾਂਦੇ ਹੋ। ਹੂੰ ਤੇ ਉਸ ਚੀਜ਼ਾਂ ਨੂੰ, ਹਿੰਦੂਜ਼ਮ ਦੀਆਂ ਇਹਨਾਂ ਚੀਜ਼ਾਂ ਨੂੰ ਬਾਣੀ ਦੇ ਜ਼ਰੀਏ ਸਮਝਾ ਕੇ, ਰੈਫਰੈਂਸ ਲੈ ਕੇ, ਕਿਉਂਕਿ ਹੂੰ ਗੁਰਬਾਣੀ ਦੇ ਵਿੱਚ ਇਸਲਾਮ ਦਾ ਰੈਫਰੈਂਸ ਵੀ ਕਾਫੀ ਥਾਵਾਂ ਤੇ ਲਿਆ ਗਿਆ, ਤੇ ਜੋ ਹੂੰ ਸਨਾਤਨ ਹੈ ਹਿੰਦੂਜ਼ਮ ਹੈ ਉਹਦਾ ਰੈਫਰੈਂਸ ਵੀ ਕਾਫੀ ਥਾਵਾਂ ਤੇ ਲਿਆ ਗਿਆ। ਸੋ ਸਹੀ ਹੈ। ਰੈਫਰੈਂਸ ਲੈ ਕੇ ਸਾਨੂੰ ਇਹ ਗੱਲ ਸਮਝਾਈ ਗਈ ਹੈ ਕਿ ਤੁਸੀਂ ਪ੍ਰੈਜ਼ੈਂਟ ਵਿੱਚ ਯਕੀਨ ਰੱਖਦੇ ਹੋਏ ਚੰਗੇ ਕੰਮ ਕਰਨੇ ਆ ਤੇ ਤੁਸੀਂ ਸੱਚਖੰਡ ਵਾਸੀ ਹੋ ਜਾਓਗੇ, ਤੁਸੀਂ ਇਹਨਾਂ ਸਹੀ ਹੈ। ਜੂਨਾਂ ਦੇ ਵਿੱਚ ਨਹੀਂ ਫਸੋਗੇ। ਹੂੰ ਸੋ ਸਹੀ ਇਹ ਹੈ। ਜਿਹੜਾ ਮੇਨ ਕਨਸੈਪਟ ਇੱਥੇ ਰੱਖਿਆ ਗਿਆ। ਤੇ देयर इज नो समथिंग लाइक ਝੂਠਖੰਡ, ਇੰਜ ਦੀ ਕੋਈ ਜਗ੍ਹਾ ਨਹੀਂ ਹੈ ਜਿਹੜੀ ਨਹੀਂ ਨਰਕ ਨਹੀਂ ਵਰਗੀ, ਨਹੀਂ ਨਹੀਂ, ਇੰਜ ਦਾ no ਕੁਝ no ਨਹੀਂ? no, just one thing, that's only ਹਾਂ ਸੱਚਖੰਡ, and because either way ਜੋ you are going to land in the good place. yeah that if that you is it. if you Okay will do some good works, okay ਜੇ ਤੁਸੀਂ ਮਤਲਬ ਗਲਤ ਕੰਮ ਕਰਦੇ ਰਹੋਗੇ ਤਾਂ ਫਿਰ ਉਹੀ ਚੀਜ਼ ਕਿ ਤੁਸੀਂ ਇਸ ਗੇੜ ਵਿੱਚ ਹੀ ਫਸੇ ਰਹੋਗੇ, ਜੋ ਹਿੰਦੂਜ਼ਮ ਜੋ ਸਹੀ। ਸਨਾਤਨ ਵਾਲੀ ਹੈ ਨਾ, ਉਸ ਗੇੜ 'ਚ ਫਸੇ ਰਹੋਗੇ, ਲੂਪ ਵਿੱਚ ਸਟਕ ਹੋ ਜਾਓਗੇ। ਅੱਛਾ, ਤੁਸੀਂ ਵੀ ਮਤਲਬ ਮਲਟੀਪਲ ਇਨਕਾਰਨੇਸ਼ਨ ਇਹਦੇ ਚ ਬਿਲੀਵ ਰੱਖਦੇ ਜੇ ਕਿ ਦੁਬਾਰਾ ਜਨਮ ਹੁੰਦਾ ਹੈ? ਇਹ ਹੈ? ਸਰ
ਜੋ ਮੇਰੀ ਪਰਸਨਲ ਰਾਏ, ਆਈ ਥਿੰਕ ਨੋ। ਓਕੇ, ਬਟ ਪੁਨਰ ਜਨਮ, ਸਿੱਖੀ ਚ ਕੀ ਹੈ? ਸਿੱਖੀ ਕਹਿੰਦੀ ਕਿ ਹੋਏਗਾ ਇੰਜ? ਨੋ ਨੋ ਨੋਟ, ਜਿੱਥੋਂ ਤੱਕ ਮੈਨੂੰ ਪਤਾ ਨਹੀਂ। ਕਿਉਂਕਿ ਦੇਖੋ ਓਕੇ। ਮੈਂ ਤੁਹਾਨੂੰ ਦੱਸਦਾ ਕਿ ਸਿੱਖੀ ਦੇ ਕਿਸੇ ਵੀ ਧਰਮ ਦੇ ਜਿਹੜੇ ਵਿਦਵਾਨ ਹੈ ਨਾ, ਉਹ ਬਹੁਤ ਸਾਰੇ ਨਿਕਲੇ ਆਉਂਦੇ ਆ। ਹੁਣ ਹੂੰ, ਜਿਹੜੀ ਮੈਂ ਇੱਥੇ ਗੱਲ ਕਰ ਰਿਹਾ, ਮੈਂ ਕੋਈ ਦੇਖੋ ਕੋਈ ਸਕਾਲਰ ਨਹੀਂ ਹੈਗਾ, ਆਹੋ, ਕੋਈ ਸਿੱਖ ਇੰਜ ਇੰਜ ਹੀ ਸਕਾਲਰ ਨਹੀਂ। ਬਿਲਕੁਲ ਠੀਕ ਹੈ ਨਾਰਮਲ ਜੀ। ਮੈਨ। ਤੇ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਇਸਲਾਮ ਦੇ ਵਿੱਚ ਵੀ ਕਾਫੀ ਸਾਰੇ ਫਿਰਕੇ ਬਣ ਜਾਂਦੇ ਆ ਤੇ ਹਰ ਉਹਨਾਂ ਕਿਸੇ ਦੀ ਦਾ ਰਾਏ ਆਪਣਾ ਆਪਸ ਚ ਇੰਜ ਨਹੀਂ ਹੀ ਮਿਲਦੀ। ਇੰਜ ਹੀ ਗੱਲ। ਸਹੀ ਉਸੇ ਸਹੀ। ਤਰ੍ਹਾਂ ਫਿਰ ਸਿੱਖਾਂ ਚ ਵੀ ਇਹੀ ਚੀਜ਼ ਹੈ ਕਿ ਜਿਵੇਂ ਹੁਣ ਮੈਂ ਇੱਥੇ ਗੱਲ ਕਹਿ ਰਿਹਾ ਕਿ ਮੈਂ ਪੁਨਰ ਜਨਮ ਚ ਯਕੀਨ ਨਹੀਂ ਰੱਖਦਾ, ਹੂੰ ਪਰ ਕਈ ਜਣੇ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਮਾਤਾ ਦੇ ਭਗਤ ਸੀਗੇ, ਹੂੰ ਠੀਕ ਹੈ, ਪਰ ਕਈ ਲੋਕ ਹੂੰ ਉਹਨੂੰ ਨਹੀਂ ਵੀ ਮੰਨਦੇ। ਸੋ ਇਹ ਇਹ ਹੂੰ ਇਹ ਨਾ ਬਹੁਤ ਕਹਿ ਲਓ ਕਿ ਕਨਫਿਊਜ਼ਿੰਗ ਵਾਲੀਆਂ ਚੀਜ਼ਾਂ ਹੁੰਦੀਆਂ, ਇਹੋ ਜਿਹੀਆਂ ਚੀਜ਼ਾਂ ਸਹੀ ਹੈ ਕਿ ਸਹੀ ਹੈ ਸਹੀ। ਹਾਂਜੀ। ਤਾਂ ਇਹਦੇ ਤੇ ਜਿਹੜਾ ਮੇਰਾ ਪਰਸਨਲ ਜੋ ਓਪੀਨੀਅਨ ਇਹੀ ਹੈ ਕਿ ਪੁਨਰ ਜਨਮ, ਕਿਉਂਕਿ ਅੱਜ ਕੱਲ ਦੇਖੋ ਸਰ ਸਾਇੰਸ ਦਾ ਜ਼ਮਾਨਾ ਹੈ, ਐਂਡ ਹਾਂ ਸਾਇੰਸ ਕਿੰਨਾ ਕੁਝ ਆਪਾਂ ਨੂੰ ਰਿਵੀਲ ਕਰ ਚੁੱਕੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ, ਯੂਨੀਵਰਸ ਨੂੰ ਲੈ ਕੇ ਬਹੁਤ ਹੂੰ ਸਾਰੀਆਂ ਗੱਲਾਂ ਜਿਹੜੀਆਂ ਡਿਟੇਲ ਦੇ ਵਿੱਚ ਦੱਸੀਆਂ ਗਈਆਂ। ਕੀ ਪਰ ਬਾਤ ਹੈ। ਅੱਛਾ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਸਾਡੀ ਆਦਤ ਕੀ ਹੁੰਦੀ ਹੈ ਕਿ ਅਸੀਂ ਪੜ੍ਹ ਲਿਆ ਪਰ ਅਸੀਂ ਉਹਨੂੰ ਸਮਝਿਆ ਨਹੀਂ। ਸਹੀ ਸੋ ਹੈ। ਜੇਕਰ ਇੱਕ ਸਿੱਖ ਬੰਦਾ ਉਹਨੂੰ ਚੰਗੀ ਤਰ੍ਹਾਂ ਸਮਝੇ ਨਾ, ਤਾਂ ਸਾਨੂੰ ਪਤਾ ਲੱਗੂਗਾ ਕਿ ਇਹ ਚੀਜ਼ ਤਾਂ ਹੈ ਹੀ ਨਹੀਂ ਜਿਹੜੀ ਸਾਡੇ ਬਾਬੇ ਸਾਨੂੰ ਦਿਖਾ ਦਿੰਦੇ ਆ ਵੀ ਅਸੀਂ ਹੱਥ ਲਾ ਸਹੀ। ਕੇ ਠੀਕ ਕਰਤਾ, ਅਸੀਂ ਆਹ ਕਰਤਾ, ਉਹ ਕਰਤਾ। ਹਾਂ ਚਮਤਕਾਰ ਸਹੀ ਨਾਮ ਹੈ। ਦੀ ਮਤਲਬ ਸਿੱਖ ਧਰਮ 'ਚ ਕੋਈ ਚੀਜ਼ ਨਹੀਂ ਮੰਨੀ ਜਾਂਦੀ ਕਿ ਚਮਤਕਾਰ ਹੁੰਦਾ। ਸਹੀ। ਜ਼ਬਰਦਸਤ। ਜੀ ਤੁਹਾਡੀ ਗੱਲ ਸੁਣ ਕੇ ਮੇਰਾ ਵੀ ਦਿਲ ਕਹਿ ਰਿਹਾ ਕਿ ਮੈਂ ਗੁਰੂ ਗ੍ਰੰਥ ਨਾ ਹੁਣ ਮੈਂ ਉਰਦੂ ਚ ਲੱਭਾਂਗਾ ਜਾਂ ਇੰਗਲਿਸ਼ ਚ ਲੱਭਾਂਗਾ ਕਿਧਰੇ, ਤੇ ਕੋਸ਼ਿਸ਼ ਹਾਂਜੀ, ਕਰਾਂਗਾ ਪੜ੍ਹਨ ਦੀ। ਕਹਿਣ ਜੀ ਮਿਲ ਜਾਏਗਾ ਕੁਰਾਨ ਸਰ, ਪਾਕ ਦੇ ਤੁਹਾਨੂੰ ਵਿੱਚ ਵੀ ਆਰਾਮ ਨਾਲ ਬਹੁਤ ਮਿਲ ਜਾਏਗਾ। ਸਾਰੀ, ਕੁਰਾਨ ਪਾਕ ਦੇ ਵਿੱਚ ਵੀ ਇੰਜ ਹੀ ਬਹੁਤ ਸਾਰੀ ਗੱਲਾਂ ਨੇ ਜਿਹੜੀ ਸਾਇੰਸ ਦੇ ਬਾਰੇ ਨਾ, ਮਤਲਬ ਜੀ ਸਪੇਸ ਦੇ ਬਾਰੇ ਚ ਤੇ ਐਵੋਲੂਸ਼ਨ ਦੇ ਬਾਰੇ ਚ ਬਹੁਤ ਸਾਰੀਆਂ ਇੰਜ ਦੀਆਂ ਗੱਲਾਂ ਨੇ। ਜ਼ਾਹਿਰ ਹੈ with the passage of time when you get to know about more and more about science, then you relate to the verses that were ambiguous at a certain time. ਤੇ ਇੰਜ ਹੀ ਕਰਕੇ ਕੁਰਾਨ ਪਾਕ ਚ ਵੀ ਹੁਣ ਬਹੁਤ ਸੀ ਗੱਲਾਂ ਨੇ ਜਿਹੜੀ ਅਸੀਂ ਅੱਜ ਕੱਲ੍ਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਬਟ ਗੁਰੂ ਗ੍ਰੰਥ that is a surprising thing for me. I would definitely refer to that as well. ਚਲੋ ਅੱਗੇ ਚੱਲਦੇ ਹਾਂ। ਸਰ ਯਸ ਸਿੱਖੀ ਦੀ ਗੱਲ ਹੋ ਰਹੀ ਹੈ ਤਾਂ ਕਿਵੇਂ ਹੋ ਸਕਦਾ ਬਾਬਾ ਜੀ ਦੇ ਬਾਰੇ ਚ ਗੱਲ ਨਾ ਕੀਤੀ ਜਾਏ? ਹੈਂ, ਬਾਬਾ ਜੀ ਕੀ ਨੇ ਤੁਹਾਡੇ ਵਾਸਤੇ, ਦੱਸੋ। ਸਰ, ਮੇਰੇ ਲਈ ਜਾਂ ਸਿੱਖਾਂ ਦੇ ਲਈ ਗੁਰੂ ਨਾਨਕ ਦੇਵ ਜੀ ਸਭ ਕੁਝ ਨੇ। ਹੂੰ ਮਤਲਬ ਤੁਸੀਂ ਜ਼ਿੰਦਗੀ ਦਾ ਕੋਈ ਫੈਸਲਾ ਲੈਣਾ ਹੈ, ਤੁਸੀਂ ਕਿਤੇ ਫਸੇ ਹੋਏ ਹੋ, ਹੂੰ ਠੀਕ ਹੈ, ਤੁਹਾਨੂੰ ਦੇਖ ਹੀ ਨਹੀਂ ਰਿਹਾ ਕਿ ਯਾਰ ਅੱਗੇ ਕੀ ਕਰਾਂ, ਸਹੀ ਹੈ। ਤਾਂ ਜਿਹੜਿਆਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਜੋ ਜਨਮ ਸਾਖੀ ਹੈ, ਯਾਨੀ ਕਿ ਉਹਨਾਂ ਦੀ ਜੋ ਹੂੰ ਬਾਇਓ ਹੈ, ਹੂੰ ਜਾਣਦੇ ਆ ਚੰਗੀ ਤਰ੍ਹਾਂ, ਕਿਉਂਕਿ ਇਹ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਇੱਕ ਬੁੱਕ ਹੈ ਜਿਹਦੇ ਵਿੱਚ ਅੱਛਾ, ਉਹਨਾਂ ਦੇ ਬਾਰੇ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਿਆ ਹੋਇਆ। ਕਿਹਨੇ ਲਿਖੀ ਹੈ? ਸਰ ਇਹ ਪੋਇਟ ਦਾ ਤਾਂ ਮੈਨੂੰ ਇਸ ਟਾਈਮ ਯਾਦ ਨਹੀਂ, ਪਰ ਅੱਛਾ ਚਲੋ ਕੋਈ ਦੇਖੋ ਗੱਲ ਸਹੀ। ਇਹਦੇ ਵਿੱਚ ਮਤਲਬ ਇਦਾਂ ਨਹੀਂ ਕਿ ਕਿਸੇ ਪਰਟੀਕੂਲਰ ਇੱਕ ਨੇ ਲਿਖੀ ਹੈ। ਅੱਛਾ ਅੱਛਾ ਇਹਦੇ ਅੱਛਾ ਵਿੱਚ ਵੀ ਤੁਹਾਨੂੰ ਦੋ ਤਿੰਨ ਜਿਹੜੀਆਂ ਵੇਰੀਏਸ਼ਨਸ ਮਿਲ ਜਾਂਦੀਆਂ। ਸਹੀ ਹੈ ਸਹੀ ਹੈ। ਹਾਂਜੀ। ਸੋ ਉਹਦੇ ਵਿੱਚ ਕੀ ਹੈ ਜੀ, ਜਦੋਂ ਤੁਸੀਂ ਉਹ ਪੜ੍ਹਦੇ ਹੋ ਨਾ ਤੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਹੈ ਕਿ ਤੁਸੀਂ ਆਪਦੇ ਹੱਥੀਂ ਮਿਹਨਤ ਕਰਨੀ ਹੈ। ਇਹ ਹੂੰ ਆਪਣੇ 10 ਉਂਗਲਾਂ ਆਹੋ ਜੀ, 10 ਨੌਆਂ ਦੀ ਕਿਰਤ ਕਮਾਈ ਕਰਨੀ ਹੈ। ਸਭ ਹੂੰ ਤੋਂ ਵੱਡਾ ਸਿਧਾਂਤ ਉਹਨਾਂ ਨੇ ਦਿੱਤਾ। ਹਾਂ ਕਿਰਤ ਫਿਰ ਉਹਨਾਂ ਨੇ ਕਮਾਈ। ਦਿੱਤਾ ਜੀ ਵੀ ਜਿਹੜਾ ਤੁਸੀਂ ਇਹ ਹੱਥਾਂ ਦੀ ਕਿਰਤ ਕਮਾਈ ਕਰ ਰਹੇ ਹੋ, ਤਾਂ ਹੂੰ ਇਹਦੇ ਵਿੱਚੋਂ ਤੁਸੀਂ ਦਸਵੰਧ ਵੀ ਕੱਢਣਾ ਹੈ। ਯਾਨੀ ਕਿ ਵੰਡ ਤੁਸੀਂ ਆਪਣੀ, ਛਕੋ। ਬਿਲਕੁਲ ਜੀ, ਕਿਰਤ ਕਰੋ, ਵੰਡ ਛਕੋ ਤੇ ਨਾਮ ਹਾਂ ਜਪੋ। ਇਹ ਜਿਹੜੇ ਨਾਮ ਤਿੰਨ ਜਪ। ਸਿਧਾਂਤ ਹੈ ਨਾ, ਇਹ ਕੋਰ ਸਿਧਾਂਤ ਹੈ ਸਿੱਖੀਜ਼ਮ ਦੇ। ਤੋਂ ਸਹੀ ਹੈ। ਜਿਹੜਾ ਉਹ ਗੁਰੂ ਨਾਨਕ ਦੇਵ ਜੀ ਦਾ ਲਾਇਆ ਹੋਇਆ 20 ਰੁਪਏ ਦਾ ਲੰਗਰ, ਇਹਦੇ ਚ ਨਾ ਅਕਸਰ ਲੋਕੀ ਕਹਿੰਦੇ ਆ ਵੀ ਉਦੋਂ ਕਿਹੜੇ ਰੁਪਏ ਚੱਲਦੇ ਸੀਗੇ, ਵੀ ਚਲੋ ਜਿਹੜੀ ਵੀ ਕਰੰਸੀ ਚੱਲਦੀ ਸੀ ਉਸ ਟਾਈਮ, ਹੁਣ ਅਸੀਂ ਉਹਨੂੰ ਪ੍ਰੋਨਾਂਸ ਕਰ ਦਿੰਦੇ ਆ 20 ਰੁਪਏ। ਨਾ 20 ਰੁਪਏ ਇੰਜੀ ਇੰਜੀ ਠੀਕ ਹੈ ਇੰਜੀ। ਜੀ। ਆਹੋ ਪਰ ਜਿਹੜੀ ਵੀ ਕਰੰਸੀ ਚੱਲਦੀ ਸੀ ਉਹ ਲੰਗਰ ਲਾਇਆ। ਤੁਸੀਂ ਦੇਖੋ ਜੀ ਅੱਜ ਕੱਲ ਦੁਨੀਆ ਦੇ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਚੱਲ ਜਾਓ ਤੁਸੀਂ, ਤੁਹਾਨੂੰ ਉੱਥੇ ਲੰਗਰ ਫ੍ਰੀ ਆਫ ਕੋਸਟ ਮਿਲੂਗਾ। ਤੇ ਕੋਈ ਹੋਰ ਵੀ ਇਦਾਂ ਦੀਆਂ ਥਾਵਾਂ ਜਿੱਥੇ ਕੋਈ ਇਤਿਹਾਸਿਕ ਤਿਉਹਾਰ ਮਨਾਇਆ ਜਾ ਰਿਹਾ, ਉੱਥੇ ਵੀ ਤੁਹਾਨੂੰ ਫ੍ਰੀ ਆਫ ਕੋਸਟ ਲੰਗਰ ਮਿਲੂਗਾ। ਸੋ ਹੂੰ ਇਹ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਇੱਕ ਰੀਤ ਹੈ। ਹੂੰ ਤਾਂ ਜਿਹੜਾ ਸਿੱਖ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹਨਾਂ ਹੂੰ ਤਿੰਨਾਂ ਕਨਸੈਪਟ ਨੂੰ ਸਮਝ ਕੇ ਲਾਗੂ ਕਰ ਲੂਗਾ ਨਾ, ਹੂੰ ਉਹ ਬੈਸਟ ਹੈ ਜੀ ਉਹਦੀ ਲਾਈਫ। ਐਂਡ ਗੁਰੂ ਨਾਨਕ ਦੇਵ ਜੀ ਮਤਲਬ ਮੇਰੇ ਖਿਆਲ ਤੁਸੀਂ ਦੇਖੋ ਵੀ ਜਿਵੇਂ ਇਹ ਇੱਕ ਸਿੱਖੀ ਦੀ ਸ਼ੁਰੂਆਤ ਹੀ ਉੱਥੋਂ ਹੋਈ। ਬਿਲਕੁਲ
ਐਂਡ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ, ਜਿਹੜੇ ਹੁਣ ਮੈਂ ਆਪਣੇ ਮੇਰਾ ਇੱਕ ਚੈਨਲ ਹੈ ਇੰਸਟਾਗ੍ਰਾਮ ਤੇ, ਉੱਥੇ ਨਾ ਮੈਂ ਜਿਹੜੇ ਕਿਸੇ ਵੀ ਧਰਮ ਦੇ ਕੋਈ ਬਾਬੇ ਆ ਜਿਹੜੇ ਪਖੰਡ ਫੈਲਾ ਰਹੇ ਆ, ਵਹਿਮ ਭਰਮ ਫੈਲਾ ਰਹੇ ਆ, ਤਾਂ ਮੈਂ ਨਾ ਉਹਨਾਂ ਤੇ ਹਲਕੀ ਫੁਲਕੀ ਰੋਸਟਿੰਗ ਕਰਦਾ। ਤੇ ਜਦੋਂ ਮੈਂ ਉਹ ਰੋਸਟਿੰਗ ਸ਼ੁਰੂ ਕੀਤੀ ਸੀ ਨਾ, ਤਾਂ ਉਦੋਂ ਮੈਨੂੰ ਗੁਰੂ ਨਾਨਕ ਦੇਵ ਜੀ ਦਾ ਹੀ ਇੱਕ ਵਾਕਿਆ ਯਾਦ ਆਇਆ ਸੀਗਾ ਕਿ ਇੱਕ ਨਾ ਪੰਡਤ ਸੀਗਾ, ਉਹ ਨਾ ਨਦੀ ਦੇ ਵਿੱਚ ਖੜ ਕੇ ਨਾ ਤੇ ਪਾਣੀ ਦੇ ਰਿਹਾ ਸੀ ਸੂਰਜ ਨੂੰ। ਸਹੀ, ਸੂਰਜ ਨੂੰ? ਅੱਛਾ। ਮੇਬੀ ਤੁਸੀਂ ਅਵੇਅਰ ਨਾ ਹੋਵੋ, ਇਹ ਸਨਾਤਨ ਦੇ ਵਿੱਚ ਇੱਕ ਪ੍ਰੈਕਟਿਸ ਹੈ, ਕਿਉਂਕਿ ਸੂਰਜ ਨੂੰ ਸੂਰਜ ਦੇਵਤਾ ਮੰਨਿਆ ਜਾਂਦਾ ਹੈ, ਤੇ ਸੂਰਜ ਦੇਵਤਾ ਨੂੰ ਸਵੇਰੇ ਸਵੇਰੇ ਉੱਠ ਕੇ, ਅੱਜ ਵੀ ਲੋਕੀ ਕਈ ਰਿਚੁਅਲ ਫੋਲੋ ਕਰਦੇ ਆ, ਉਹਨਾਂ ਨੂੰ ਪਾਣੀ ਡੋਲਿਆ ਜਾਂਦਾ ਉਹਨਾਂ ਦੇ ਅੱਗੇ। ਸਹੀ। ਸੋ ਜਦੋਂ ਇੱਕ ਬੰਦਾ ਇਹ ਚੀਜ਼ ਕਰ ਰਿਹਾ ਸੀ ਨਾ, ਤਾਂ ਉਦੋਂ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਦੂਜੀ ਸਾਈਡ ਮੂੰਹ ਕਰਕੇ ਨਾ, ਸੂਰਜ ਤੋਂ ਦੂਜੀ ਸਾਈਡ ਉਧਰ ਨੂੰ ਪਾਣੀ ਦੇਣਾ ਸ਼ੁਰੂ ਕਰਤਾ, ਤੇ ਲੋਕੀ ਉਹਨਾਂ ਤੇ ਹੱਸਣ ਲੱਗ ਗਏ, ਕਹਿੰਦੇ ਵੀ ਅਸੀਂ ਤਾਂ ਸੂਰਜ ਦੇਵਤਾ ਨੂੰ ਪਾਣੀ ਦੇਈ ਜਾਂਦੇ ਆ, ਤੁਸੀਂ ਇੱਧਰ ਕਿੱਧਰ ਪਾਣੀ ਦੇਈ ਜਾਂਦੇ ਹੋ? ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਮੇਰੀ ਜ਼ਮੀਨ ਆ ਉੱਧਰ, ਮੈਂ ਆਪਦੀ ਪੈਲੀ ਨੂੰ, ਮੇਰੀ ਜ਼ਮੀਨ ਵੱਲ ਨੂੰ ਪਾਣੀ ਦੇ ਰਿਹਾ ਤਾਂ ਜੋ ਮੇਰੀ ਜ਼ਮੀਨ ਨੂੰ ਪਾਣੀ ਲੱਗ ਜੇ। ਤਾਂ ਉਹ ਕਹਿੰਦੇ ਵੀ ਤੇਰਾ ਦਿਮਾਗ ਖਰਾਬ ਹੈ, ਵੀ ਉਧਰ ਪਾਣੀ ਕਿਵੇਂ ਪਹੁੰਚੂ? ਤਾਂ ਫਿਰ ਉਦੋਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਵੀ ਮੇਰੀ ਜ਼ਮੀਨ ਤਾਂ ਇੱਥੋਂ ਕੁਝ 2-3 ਕਿਲੋਮੀਟਰ ਦੂਰ ਆ, ਉੱਥੇ ਪਾਣੀ ਨਹੀਂ ਪਹੁੰਚ ਰਿਹਾ, ਤੁਹਾਡਾ ਸੂਰਜ ਤੱਕ ਪਹੁੰਚ ਰਿਹਾ। ਸੂਰਜ ਵੱਲ ਪਹੁੰਚਾ ਰਹੇ, ਸਹੀ ਗੱਲ। ਹਾਂਜੀ, ਤਾਂ ਜਿਹੜੇ ਇਹ ਵਹਿਮਾਂ ਭਰਮਾਂ ਜੋ ਦੂਰ ਕਰਨ ਵਾਲੀ ਗੱਲ ਹੈ, ਇਹ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋਈ ਹੈ। ਸਹੀ ਹੈ, ਬਿਲਕੁਲ। ਤਾਂ ਕਰਕੇ ਜੀ ਕਹਿ ਸਕਦੇ ਹਾਂ ਕਿ ਆਈ ਲਵ ਹਿਮ ਮੋਸਟ, ਗੁਰੂ ਨਾਨਕ ਦੇਵ ਜੀ। ਸਹੀ ਹੈ। ਅੱਛਾ, ਤੇ ਗੁਰੂ ਜੀ ਤੇ ਆਏ ਤਕਰੀਬਨ 1470 ਵਿੱਚ ਮੇਰੇ ਖਿਆਲ, ਤਕਰੀਬਨ, ਠੀਕ ਹੈ? ਹਾਂਜੀ, 1439। ਹਾਂ, ਉਸ ਤੋਂ ਪਹਿਲੇ ਕਿੰਨੀ ਦੁਨੀਆ ਲੰਘ ਗਈ, ਉਹਨਾਂ ਨੂੰ ਸਿੱਖਾਂ ਦਾ ਕੋਈ ਸਿਧਾਂਤ ਕੁਝ ਵੀ ਨਹੀਂ ਮਿਲਿਆ, ਉਹਨਾਂ ਦਾ ਕੀ ਕਸੂਰ ਸੀ ਵਿਚਾਰਿਆਂ ਦਾ? ਹੈ ਨਹੀਂ, ਕਸੂਰ ਕੁਛ ਨਹੀਂ ਸੀਗਾ ਜੀ ਉਹਨਾਂ ਦਾ। ਇਹਦੇ ਵਿੱਚ ਵੀ ਦੇਖੋ, ਸ਼ੁਰੂਆਤ ਕਿੱਥੋਂ ਹੁੰਦੀ ਤੁਹਾਨੂੰ ਮੈਂ ਦੱਸਦਾ। ਜਦੋਂ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਵਿੱਚ ਆਏ, ਤਾਂ ਉਹਨਾਂ ਨੇ ਦੇਖਿਆ ਕਿ ਕਿਉਂਕਿ ਇੱਥੇ ਜਿਹੜਾ ਜ਼ਿਆਦਾ ਬੋਲਬਾਲਾ ਸੀ ਨਾ, ਉਹ ਸਨਾਤਨ ਦਾ ਸੀ। ਆਹੋ, ਹਾਂਜੀ, ਠੀਕ ਹੈ ਜੀ। ਸੋ ਸਨਾਤਨ ਦੇ ਵਿੱਚ ਬਹੁਤ ਵਹਿਮ ਭਰਮ ਕੀਤੇ ਜਾਂਦੇ ਸੀ। ਜਦੋਂ ਗੁਰੂ ਨਾਨਕ ਦੇਵ ਜੀ ਛੋਟੇ ਸੀ, ਉਹਨਾਂ ਨੂੰ ਜਨੇਊ ਪਾਉਣ ਦੀ ਜਿਹੜੀ ਰੀਤ ਸੀ ਚੱਲਦੀ, ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਹਿੰਦੂਆਂ ਦੇ ਵਿੱਚ ਜਨੇਊ ਪਾਇਆ ਜਾਂਦਾ ਛੋਟੇ ਹੁੰਦਿਆਂ ਤੋਂ ਬੱਚਿਆਂ ਨੂੰ। ਬ੍ਰਾਹਮਣ ਜਿਹੜੇ ਪੈਂਦੇ ਨੇ ਉਹ ਰੱਸੀ ਜੀ ਜਿਹੜੀ, ਹਾਂਜੀ, ਜਨੇਊ ਕਹੀਦਾ ਉਹਨੂੰ। ਅੱਛਾ, ਹਾਂਜੀ, ਜਨੇਊ। ਸੋ ਜਦੋਂ ਉਹ ਚੀਜ਼ ਪਾਉਣ ਲੱਗੇ ਨਾ, ਤਾਂ ਗੁਰੂ ਨਾਨਕ ਦੇਵ ਜੀ ਨੇ ਉਹ ਚੀਜ਼ ਉੱਥੋਂ ਮਨਾ ਕੀਤੀ। ਅੱਛਾ, ਕਿ ਇਹ ਮੇਰਾ ਕੁਝ ਨਹੀਂ ਸਵਾਰ ਸਕਦਾ, ਵੀ ਇਹ ਮੈਂ ਵੀਅਰ ਨਹੀਂ ਕਰਨਾ। ਇੱਥੋਂ ਜਦੋਂ ਸ਼ੁਰੂਆਤ ਹੁੰਦੀ ਆ, ਅੱਗੇ ਅੱਗੇ ਫਿਰ ਬਾਬਰ ਆਉਂਦਾ। ਬਾਬਰ ਨੂੰ ਜ਼ਾਬਰ ਕਿਹਾ। ਕਿਸੇ ਸਕਾਲਰ ਵਿੱਚ ਜਾਂ ਕਿਸੇ ਸਰਕਾਰ ਵਿੱਚ ਉਦੋਂ ਇੰਨੀ ਤਾਕਤ ਨਹੀਂ ਸੀ ਕਿ ਉਹ ਬਾਬਰ ਦਾ ਜਿਹੜਾ ਮੁਕਾਬਲਾ ਕਰ ਜਾਂ ਉਹਦੇ ਖਿਲਾਫ ਵੀ ਕੁਝ ਬੋਲਦੇ। ਸੋ ਬਾਬਰ ਨੂੰ ਜ਼ਾਬਰ ਕਿਹਾ। ਜਤੀ ਪ੍ਰਥਾ, ਸਤੀ ਪ੍ਰਥਾ, ਇਹਨਾਂ ਨੂੰ ਠੱਲ ਪਾਈ, ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੂਰੀ ਦੁਨੀਆ ਦੇ ਵਿੱਚ 4 ਉਦਾਸੀਆਂ ਕੀਤੀਆਂ, ਤੁਰ ਕੇ ਗਏ, ਤੇ ਉਹਨਾਂ ਨੇ ਜੋ ਸੱਚ ਹੈ ਉਹ ਉੱਥੋਂ ਜਿਹੜਾ ਹੌਲੀ ਹੌਲੀ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਤਾਂ ਜਦੋਂ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਤੋਂ ਚਲੇ ਗਏ, ਤਾਂ ਫਿਰ ਉਹਨਾਂ ਦੇ ਕੰਮ ਨੂੰ ਹੀ ਅੱਗੇ ਕੈਰੀ ਫਾਰਵਰਡ ਕਰ ਰਹੇ ਨੇ ਗੁਰੂ ਅੰਗਦ ਦੇਵ ਜੀ। ਇਸੇ ਤਰ੍ਹਾਂ ਕਰਦੇ ਕਰਦੇ ਜੋ 10 ਗੁਰੂ ਸਾਹਿਬਾਨਾਂ ਤੱਕ, ਕਿਉਂਕਿ ਦੇਖੋ ਅੱਜ ਕੱਲ ਆਪਣੇ ਕੋਲ ਬਹੁਤ ਸਾਧਨ ਹੁੰਦੇ ਆ, ਪਹਿਲਾਂ ਸਮਿਆਂ ਦੇ ਵਿੱਚ ਜੋ ਲਿਖਣਾ ਹੀ ਸਭ ਤੋਂ ਵੱਡੀ ਕਲਾ ਹੁੰਦੀ ਸੀ। ਬਿਲਕੁਲ ਸਹੀ, ਵੀ ਤੁਸੀਂ ਕਲਮ ਦੀ ਤਾਕਤ ਨਾਲ ਸਭ ਕੁਝ ਕਰ ਸਕਦੇ ਸੀ। ਤਾਂ ਉਦੋਂ ਗੁਰੂਆਂ ਦੇ ਅਨੁਸਾਰ ਹੀ ਜਿਹੜੀ ਬਾਣੀ ਲਿਖੀ ਗਈ। ਤੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਕਈ ਮੁਸਲਮਾਨਾਂ ਦੀ ਜਿਹੜੀ ਬਾਣੀ ਹੈ ਉਹ ਵੀ ਇੱਥੇ ਦਰਜ ਹੈ, ਕਈ ਜੋ ਹਿੰਦੂ ਆ ਉਹਨਾਂ ਦੀ ਵੀ ਬਾਣੀ ਦਰਜ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਲੋੜ ਕਿਉਂ ਸਮਝੀ ਉਹਨਾਂ ਨੇ, ਕਿਉਂਕਿ ਉਹਨਾਂ ਨੇ ਦੇਖਿਆ ਕਿ ਸਨਾਤਨ ਦਾ ਬੋਲਬਾਲਾ ਸਾਰੇ ਪਾਸੇ, ਐਂਡ ਉਹਦੇ ਵਿੱਚ ਬਹੁਤ ਸਾਰੀਆਂ ਉਹਨਾਂ ਨੂੰ ਕਮੀਆਂ ਦਿਖੀਆਂ। ਸਹੀ, ਕਿ ਵੀ ਇਹ ਇੱਕ ਇਨਸਾਨ ਦੀ ਜੀਵਨ ਦੇ ਲਈ ਚੰਗੀਆਂ ਨਹੀਂ, ਜਾਂ ਸਮਾਜ ਦੇ ਵਿੱਚ ਇੱਕ ਦੂਜੇ ਦੇ ਨਾਲ ਜੋ ਵਿਤਕਰਾ ਹੋ ਰਿਹਾ, ਊਚ ਨੀਚ ਹੋ ਰਹੀ ਹੈ, ਵੀ ਇਹ ਚੀਜ਼ਾਂ ਵਾਜਬ ਨਹੀਂ ਹੈਗੀਆਂ। ਸਹੀ, ਤਾਂ ਕਰਕੇ ਉਹਨਾਂ ਨੇ ਆਪਣੀ ਜਦੋਂ ਬਾਣੀ ਰਚੀ ਤਾਂ ਇੱਕ ਨਾਮ ਦਿੱਤਾ ਸਿੱਖ। ਇਹ ਸਿੱਖ ਸ਼ਬਦ ਗੁਰੂ ਨਾਨਕ ਦੇਵ ਜੀ ਤੋਂ ਹੀ ਚੱਲਿਆ। ਤਾਂ ਉਦੋਂ ਅੱਗੇ ਅੱਗੇ ਜਿਵੇਂ ਜਿਵੇਂ ਬਾਣੀ ਲਿਖੀ ਗਈ, ਜਿੱਥੇ ਜਿੱਥੇ ਉਹਨਾਂ ਨੂੰ ਕਮੀਆਂ ਦਿਖੀਆਂ, ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਛੱਡ ਕੇ ਇੱਕ ਨਵੀਂ ਬਾਣੀ ਲਿਖੀ। ਤੇ ਉਹਨੂੰ ਇੱਕ ਧਰਮ ਕਹਿ ਲਓ, ਸੰਪਰਦਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਐਕਚੁਅਲ ਦੇ ਵਿੱਚ ਮੇਰੀ ਸੋਚ ਕੱਟੜਵਾਦੀ ਨਹੀਂ ਹੈਗੀ। ਸੋ ਕਈ ਲੋਕ ਕਹਿੰਦੇ ਆ ਕਿ ਜੋ ਸਿੱਖ ਉਹ ਇੱਕ ਧਰਮ ਨਹੀਂ ਹੈਗਾ, ਉਹ ਇੱਕ ਸੰਪਰਦਾ ਹੈ, ਜਾਂ ਜੋ ਵੀ ਹੈ ਵਟਐਵਰ। ਮੈਨੂੰ ਇਹ ਹੈ ਕਿ ਮੈਨੂੰ ਇੱਕ ਜੀਵਨ ਜਾਚ ਦੇ ਰਿਹਾ, ਤਾਂ ਮੇਰੇ ਲਈ ਉਹ ਚੀਜ਼ ਬੈਸਟ ਹੈ, ਹਨਾ ਜੀ। If that is making you a good human being, what's wrong in that? Obviously. Yeah, definitely.
ਸੋ ਇਸ ਤਰ੍ਹਾਂ ਜਿਹੜੀ ਸਿੱਖੀ ਦੀ ਸ਼ੁਰੂਆਤ ਹੋਈ, ਕਿਉਂਕਿ ਅੱਗੇ ਫਿਰ ਜਦੋਂ ਧਰਮ ਦੇ ਨਾਮ ਤੇ ਯੁੱਧ ਹੋਏ, ਦੇਖਿਆ ਜਾਂਦਾ ਸੀਗਾ ਵੀ ਜੇਕਰ ਕੋਈ ਬੰਦਾ ਕੋਈ ਰਾਜਾ ਮਹਾਰਾਜਾ ਹੈ ਉਹ ਹਾਰ ਗਿਆ, ਤੇ ਜਾਂ ਆਮ ਇਨਸਾਨ ਵੀ ਹੈ ਤਾਂ ਉਹਨਾਂ ਦੀਆਂ ਕੁੜੀਆਂ ਨੂੰ, ਬਹੂ ਬੇਟੀਆਂ ਨੂੰ ਚੱਕ ਕੇ ਲੈ ਜਾਂਦੇ ਸੀ। ਮਤਲਬ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸੀ, ਤਾਂ ਇਹਨਾਂ ਨੂੰ ਠੱਲ ਪਾਉਣ ਵਾਸਤੇ ਜਿਹੜਾ ਇੱਕ ਜੋ ਗੱਠਜੋੜ ਕਰਕੇ ਇੱਕ ਮਤਲਬ ਇੱਕ ਰਿਲੀਜਨ ਕ੍ਰੀਏਟ ਕੀਤਾ ਗਿਆ, ਜਿਹਦਾ ਨਾਮ ਸਹੀ। ਰੱਖਿਆ ਗਿਆ ਸਿੱਖ। ਸਹੀ, ਬਿਲਕੁਲ ਤੁਸੀਂ ਇਹ ਦੇਖੋ ਵੀ ਕਈ ਲੋਕ ਕਹਿੰਦੇ ਆ ਕਿ ਲੋੜ ਕਾਹਦੀ ਪਈ, ਹਨਾ, ਕਿਉਂਕਿ ਜੋ ਸਿੱਖ ਧਰਮ ਦਾ ਬਲੀਵਰ ਹੈ ਉਹ ਨਾ ਤਾਂ ਹਿੰਦੂ ਧਰਮ ਦੀਆਂ ਜੋ ਚੀਜ਼ਾਂ ਉਹਨਾਂ ਨੂੰ ਮੰਨਦਾ ਹੈ, ਕਿਉਂਕਿ ਆਈਡਲ ਵਰਸ਼ਿਪ ਹੈ ਜਿਹੜੀ ਉਹ ਬਿਲਕੁਲ। ਬਹੁਤ ਹਨਾ ਉਦਾਂ ਹੈ, ਤੇ ਉਹ ਇਸਲਾਮ ਦੇ ਵਿੱਚ ਵੀ ਉਸ ਚੀਜ਼ ਦੀ ਤੁਹਾਨੂੰ ਪਤਾ ਹੀ ਹੈ ਕਿ ਨਹੀਂ, ਬਹੁਤ ਉਹਨੂੰ ਬਿਲਕੁਲ ਨਹੀਂ। ਸ਼ਿਰਕ ਮੰਨਿਆ ਜਾਂਦਾ ਹੈ। ਇੰਝ ਸੋ ਗੱਲ। ਉਸੇ ਤਰ੍ਹਾਂ ਇਸਲਾਮ ਦੀਆਂ ਚੀਜ਼ਾਂ ਵੀ ਉਸ ਟਾਈਮ ਉਹਨਾਂ ਨੂੰ ਗੁਰੂ ਸਾਹਿਬ ਨੂੰ ਲੱਗਿਆ ਇਦਾਂ ਕਿ ਇਹ ਚੀਜ਼ਾਂ ਵੀ ਸ਼ਾਇਦ ਵਾਜਬ ਨਹੀਂ ਨੇ। ਦੈਟਸ ਵਾਈ ਉਹਨਾਂ ਨੇ ਇੱਕ ਜਿਹੜੀ ਆਪਣੀ ਚੀਜ਼ ਜਿਹੜੀ ਅੱਗੇ ਕੈਰੀ ਫੋਰਵਰਡ ਕੀਤੀ, ਇੱਕ ਸਟਾਰਟ ਕੀਤੀ। ਸਹੀ। ਤਾਂ ਕਿਉਂਕਿ ਉਸ ਟਾਈਮ ਜਿਹੜਾ ਕਹਿ ਲਓ ਕਿ ਜੋ ਮੁਗਲ ਆਉਂਦੇ ਸੀ ਨਾ, ਜਿਹੜੇ ਮੁਗਲ ਹਮਲੇ ਕਰਦੇ ਸੀਗੇ, ਉਹ ਕੁਰਾਨ ਦੀਆਂ ਕਸਮਾਂ ਖਾ ਕੇ ਵੀ ਮੁੱਕਰ ਜਾਂਦੇ ਸੀ। ਮਤਲਬ ਸ਼ਾਇਦ ਤੁਸੀਂ ਹਿਸਟਰੀ ਨਾਲ ਜਾਣੂ ਹੋ ਤਾਂ, ਤੇ ਮੈਂ ਕਹਿੰਦਾ ਹੁੰਦਾ ਵੀ ਉਹ ਮੁਸਲਮਾਨ ਹੀ ਕਾਹਦਾ ਜਿਹੜਾ ਝੂਠੀ ਕਸਮ ਖਾਵੇ ਜਾਂ ਉਹ, ਹਨਾ। ਤਾਂ ਬਸ ਇਹੀ ਸਾਰੇ ਉਦੋਂ ਦੇ ਜਿਹੜੇ ਸਿਚੁਏਸ਼ਨ ਰਹੀ ਹੈ, ਜਿਹਦੇ ਕਰਕੇ ਇੱਕ ਨਵਾਂ ਧਰਮ ਬਣਿਆ ਜਿਹਦਾ ਨਾਮ ਸੀ ਸਿੱਖ ਧਰਮ। ਸਹੀ ਹੈ, ਜ਼ਬਰਦਸਤ।